सत श्री अकाल मेरे सारे दोस्तों। अज आप शुरू कर जा रहे हैं जी वन वार्ड। ठीक है जी, एक लैक्चर मेरा लग चुका, सैकंड लैक्चर है ये। तो वन वार्ड शुरू करने का मतलब, वन वार्ड का मतलब कि समझो ये समझो बहुते शब्दों की था एक शब्द, बहुते शब्दों की था एक शब्द जिन्होंने आप पंजाबी के इस तरह डिनोट करते हैं। ओके, इसको कहते हैं वन वार्ड। एक लैक्चर लग चुका, दूसरा लैक्चर ये है। ये प्रश्न SSC के पेपरों के पंजाब के पेपरों के जो पूछे गए उही कढ़ के लियाते हुए है। ठीक है जी, किसी भी बुक के नाल पंजाबी नहीं मिलनी, ये गल गौर करो। देखो जी, वीडियो बहुत तो बाद लाइक कर दो, शेयर कर दो तो अपना चैनल सबसक्राइब कर दो। इस तो बाद अज अपना टैस्ट आप कंप्यूटर का गल याद रखनी है। ठीक है जी, कंप्यूटर का टैस्ट आप। इस तो बाद सब तो पहली गल, एक कवरिंग ऑफ कैनवस टू शटलर प्यूपल और थिंग्स फॉर रेन एंड सन। कहते आप तरपाल या तंबू लेते हैं, कवर करते हैं शटर नाल कुछ लोग ਮੀਂਹ ਤੋਂ ਬਚਣ ਵਾਸਤੇ ਤੇ ਸੂਰਜ ਤੋਂ ਬਚਣ ਵਾਸਤੇ। ਉਹ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਕਹਿੰਦੇ ਨੇ ਅਵੇਨਿੰਗ ਐਂਡ ਕੈਨੋਪਾਈ। ਅਵੇਨਿੰਗ ਐਂਡ ਕੈਨੋਪਾਈ। ਇਸ ਤੋਂ ਬਾਅਦ ਦੂਸਰਾ, ਵਨ ਹੂ ਪ੍ਰੈਕਟਿਸ ਵਨ ਆਫ ਦਾ ਫਾਈਨ ਆਰਟਸ। ਵਨ ਹੂ ਪ੍ਰੈਕਟਿਸ ਵਨ ਆਫ ਦਾ ਫਾਈਨ ਆਰਟ। ਜਿਹਦੇ ਬੰਦੇ ਕੋਲ ਕੋਈ ਕਲਾ ਹੋਵੇ, ਕੋਈ ਕਲਾਕਾਰ ਹੋਵੇ, ਉਹਨੂੰ ਆਪਾਂ ਕੀ ਕਹਾਂਗੇ, ਆਰਟਿਸਟ। ਇਸ ਤੋਂ ਬਾਅਦ ਅਗਲਾ, ਐਂਡ ਐਗਰੀਮੈਂਟ ਸਟੋਪਿੰਗ ਫਾਈਟਿੰਗ। ਇੱਦਾਂ ਬਾਹਰ ਕਿਹੜਾ ਆਪਾਂ ਕੋਈ ਐਗਰੀਮੈਂਟ ਕੀਤਾ ਗਾ युद्ध ਨੂੰ ਰੋਕਣ ਵਾਸਤੇ ਜਾਂ ਲੜਾਈ ਨੂੰ ਰੋਕਣ ਵਾਸਤੇ, ਉਹਨੂੰ ਆਪਾਂ ਕੀ ਕਹਾਂਗੇ, ਉਹਨੂੰ ਆਪਾਂ ਕਹਾਂਗੇ ਆਰਮੀਸਟਾਈਸ। ਆਰਮੀਸਟਾਈਸ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ, ਸੈਟਲਮੈਂਟ ਆਫ ਏ ਡਿਸਪਿਊਟ। ਡਿਸਪਿਊਟ ਬੜੇ ਹੁੰਦਾ ਝਗੜਾ, ਸੈਟਲਮੈਂਟ ਕਰਨੀ ਡਿਸਪਿਊਟ ਦੀ ਬਾਏ ਦਾ ਡਿਸੀਜਨ ਲੈ ਕੇ, ਡਿਸੀਜਨ ਆਫ ਦਾ ਪਰਸਨ ਚੂਜ਼ ਐਂਡ ਦਾ ਜੱਜ ਔਰ ਅੰਪਾਇਰ। ਲੜਾਈ ਨੂੰ ਖਤਮ ਕਰਨ ਲਈ ਕੀਤੀ ਗਈ ਚਰਚਾ ਨੂੰ ਕੀ ਕਹਾਂਗੇ ਆਪਾਂ, ਇਹਨੂੰ ਕਹਾਂਗੇ ਆਰਬਿਟ੍ਰੇਸ਼ਨ। ਇਹਨੂੰ ਆਪਾਂ ਆਰਬਿਟ੍ਰੇਸ਼ਨ ਕਹਾਂਗੇ। ਠੀਕ ਹੈ ਜੀ, ਓਕੇ। ਇਸ ਤੋਂ ਬਾਅਦ ਚੱਲਦੇ ਅਗਲੇ 'ਤੇ ਆਪਾਂ। ਇਹਦੇ ਵਿੱਚ ਆਪਾਂ ਨੂੰ ਕੀ ਕਿਹਾ ਗਿਆ ਹੈਗਾ, ਕਹਿੰਦੇ ਟੂ ਡਿਸਟਰੋਏ ਕੰਪਲੀਟਲੀ, ਸਾਰਾ ਕੁਝ ਖਤਮ ਕਰਤਾ। ਟੂ ਡਿਸਟਰੋਏ ਕੰਪਲੀਟਲੀ, A to Z ਕੁਛ ਨਹੀਂ ਛੱਡਿਆ ਤਾਂ ਉਹਨੂੰ ਆਪਾਂ ਕੀ ਕਹਾਂਗੇ, ਐਨੀਹਿਲੇਟ। ਇਸ ਤੋਂ ਬਾਅਦ ਅਗਲਾ, ਇਹ B.Ed ਦਾ ਕੁਐਸਚਨ ਹੈਗਾ। B.Ed ਦੇ ਵਿੱਚ ਪੁੱਛਿਆ ਜਾਂਦਾ ਪ੍ਰਸ਼ਨ ਆਮ ਤੌਰ 'ਤੇ। ਕਹਿੰਦੇ ਇਨ ਦਾ ਸਟੇਜ ਬਿਟਵੀਨ ਚਾਈਲਡਹੁੱਡ ਐਂਡ ਅਡਲਟਹੁੱਡ। ਜਦੋਂ ਬਚਪਨ ਹੁੰਦਾ, ਬਚਪਨ ਤੋਂ ਜਦੋਂ ਬੰਦਾ ਜਵਾਨੀ ਦੇ ਵਿੱਚ ਜਾਂਦਾ ਗਾ, ਉਹ ਸਮੇਂ ਨੂੰ ਆਪਾਂ ਕੀ ਕਹਿੰਦੇ, ਉਹਨੂੰ ਆਪਾਂ ਕਹਿੰਦੇ ਕਿਸ਼ੋਰ ਅਵਸਥਾ। ਇਹਨੂੰ ਕਹਿੰਦੇ ਆਪਾਂ ਅਡੋਲੇਸੈਂਸ। ਠੀਕ ਹੈ, ਇਹ B.Ed ਦਾ ਕੁਐਸਚਨ ਹੈਗਾ। ਇਸ ਤੋਂ ਬਾਅਦ ਅੱਗੇ, ਐਡੀਟਡ ਡਿਕਲੇਰੇਸ਼ਨ ਮੇਡ ਔਨ ਦਾ ਔਥ ਦਾ ਪ੍ਰੈਜੈਂਸ ਆਫ ਮੈਜਿਸਟ੍ਰੇਟ। ਦੇਖੋ ਕਹਿੰਦੇ ਜਦੋਂ ਆਪਾਂ ਕੋਈ ਰਿਟਨ ਦੇ ਵਿੱਚ ਕਿਸੇ ਨੂੰ ਕੋਈ ਚੀਜ਼ ਲਿਖ ਕੇ ਦਿੰਦੇ ਆ, ਇੱਕ ਤਰ੍ਹਾਂ ਦਾ ਸਹੁੰ ਹੁੰਦੀ ਆ ਉਹ ਕਿਸੇ ਮੈਜਿਸਟ੍ਰੇਟ ਦੀ ਪ੍ਰੈਜੈਂਸ ਦੇ ਵਿੱਚ ਜਾਂ ਹਾਜ਼ਰੀ ਦੇ ਵਿੱਚ ਆਪਾਂ ਉਹ ਸਹੁੰ ਚੁੱਕਦੇ ਆ, ਤਾਂ ਉਹਨੂੰ ਆਪਾਂ ਕੀ ਦਿੰਦੇ, ਉਹਨੂੰ ਆਪਾਂ ਕਹਿੰਦੇ ਸ਼ਬਦ ਪੱਤਰ। ਆਪਾਂ ਕਹਿੰਦੇ ਐਫੀਡੇਵਿਟ ਲਿਖਾ ਕੇ ਲਿਆਉਣਾ ਗਾ ਕਿ ਚੱਲੋ ਫਲਾਣੇ ਕੋਲੇ ਵਕੀਲ ਕੋਲੇ ਚਲੋ ਆਪਾਂ ਐਫੀਡੇਵਿਟ ਲਿਖਾਉਣਾ ਗਾ। ਕਿਸੇ ਦੀ ਮੌਜੂਦਗੀ ਦੇ ਵਿੱਚ ਐਫੀਡੇਵਿਟ ਲਿਖਿਆ ਜਾਂਦਾ ਗਾ, ਉਹ ਚੀਜ਼ ਦੀ ਗੱਲ ਕਰ ਰਹੇ ਨੇ ਇਹ। ਇਸ ਤੋਂ ਬਾਅਦ ਅਗਲਾ, ਇਹ ਰੇਸਰ ਪਲੇਸ ਆਉਣ ਵਿੱਚ ਆਫਰਿੰਗ। ਇਹ ਰੇਸਰ ਪਲੇਸ ਆਉਣ ਵਿੱਚ ਆਫਰਿੰਗ ਟੂ ਏ ਗੋਡ ਆਰ ਮੇਡ। ਉਹ ਜਗ੍ਹਾ ਜਿੱਥੇ ਪੂਜਾ ਕੀਤੀ ਜਾਂਦੀ ਉਹਨੂੰ ਆਪਾਂ ਕੀ ਕਹਾਂਗੇ, ਅਲਟਰ। ਐਕਸਪਰਟ ਐਨੀ ਸਕਿੱਲ ਆਫ ਹੈਂਡ। ਉਹ ਬੰਦਾ ਜਿਹੜਾ ਕਿਸੇ ਸਕਿੱਲ ਦੇ ਵਿੱਚ ਪੂਰੀ ਤਰ੍ਹਾਂ ਨਾਲ ਕੀ ਹੋਵੇ, ਕੁਸ਼ਲ ਹੋਵੇ, ਮਾਹਰ ਹੋਵੇ, ਉਹਨੂੰ ਆਪਾਂ ਕੀ ਕਹਾਂਗੇ, ਆਰਟਿਸਨ। ਜਿਹੜਾ ਮਤਲਬ ਕਿਸੇ 'ਚ ਕੋਈ ਕਲਾ ਹੈ, ਕਿਸੇ 'ਚ ਕੋਈ ਕਾਰੀਗਰ ਦੀ ਕਲਾ ਹੈ, ਕਿਸੇ 'ਚ ਕੋਈ ਛਾਲਾਂ ਮਾਰਨ ਦੀ ਕਲਾ, ਕਿਸੇ 'ਚ ਕੋਈ ਦੌੜ ਦੀ ਕਲਾ, ਕਿਸੇ 'ਚ ਕੋਈ ਮਤਲਬ ਅਲੱਗ ਅਲੱਗ ਸਟਾਰਟ ਕਰਨ ਦੀ ਕਿਰਿਆ, ਇਹ ਸਾਰੇ ਕੁਛ ਕਾਹਦੇ 'ਚ ਆ ਜਾਂਦੀ ਹੈ, ਇਹ ਆ ਜਾਂਦੀ ਹੈ ਆਰਟੀਸ਼ੀਅਨ ਦੇ ਵਿੱਚ। ਇਸ ਤੋਂ ਬਾਅਦ ਅਗਲਾ, ਵਨ ਹੂ ਮੇਕ ਐਨ ਆਫੀਸ਼ੀਅਲ ਐਗਜ਼ਾਮੀਨੇਸ਼ਨ ਆਫ ਅਕਾਊਂਟ। ਕਹਿੰਦੇ ਕਿਸੇ ਸੰਸਥਾ ਦਾ ਹਿਸਾਬ ਕਿਤਾਬ ਕਰਨ ਲਈ ਅਧਿਕਾਰਕ ਰੂਪ ਦੇ ਵਿੱਚ ਜਾਂਚ ਕਰਨੀ, ਉਹਨੂੰ ਆਪਾਂ ਕੀ ਕਹਾਂਗੇ, ਐਡੀਟਰ ਕਹਾਂਗੇ, ਐਡੀਟਰ। ਵਨ ਹੂ ਮੇਕ ਐਨ ਆਫੀਸ਼ੀਅਲੀ, ਕਹਿੰਦੇ ਉਹ ਬੰਦਾ ਜਿਹੜਾ ਆਫੀਸ਼ੀਅਲੀ ਕਿਸੇ ਅਕਾਊਂਟੈਂਟ ਦੀ ਜਾਣਕਾਰੀ ਦਾ ਹਿਸਾਬ ਕਿਤਾਬ ਰੱਖਦਾ, ਉਹਨੂੰ ਕੀ ਕਹਾਂਗੇ, ਐਡੀਟਰ। ਦੇਖੋ ਜਿਵੇਂ ਕੈਗ ਹੈ, ਕੈਗ ਆਪਣੇ 148 ਆਰਟੀਕਲ ਦੇ ਵਿੱਚ ਆਉਂਦਾ, ਕੰਟਰੋਲਰ ਐਡੀਟਰ ਆਫ ਜਨਰਲ। ਜਿਹੜੇ ਸਰਕਾਰ ਦੇ ਖਾਤੇ ਹੈ, ਸਰਕਾਰ ਤੋਂ ਪੈਸਾ ਲੈਣਾ ਹੈ, ਸਰਕਾਰ ਨੂੰ ਫੰਡ ਦੇਣਾ, ਜਿੰਨਾ ਫੰਡ ਆਇਆ ਸਾਰਾ ਕੁਛ ਜਿਹੜਾ ਖਾਤੇ ਦਾ ਕੱਢਣੇ ਹੁੰਦੇ ਪੈਸੇ ਸਰਕਾਰੀ ਖਾਤੇ ਦੇ ਵਿੱਚੋਂ ਜਾਂ ਸਰਕਾਰੀ ਖਾਤੇ ਦੇ ਵਿੱਚ ਪਾਉਣੇ ਹੁੰਦੇ, ਉਹ ਸਾਰੇ ਹਿਸਾਬ ਕਿਤਾਬ ਕੈਗ ਕੋਲੇ ਹੁੰਦਾ। ਕੈਗ 148 ਆਰਟੀਕਲ ਦੇ ਵਿੱਚ ਆ ਜਾਂਦਾ, ਉਹਨੂੰ ਆਪਾਂ ਕੰਟਰੋਲਰ ਐਡੀਟਰ ਆਫ ਜਨਰਲ ਕਹਿ ਦਿੰਦੇ ਹਾਂ। ਇਸ ਤੋਂ ਬਾਅਦ ਅਗਲਾ, ਫਲੰਟ ਐਂਡ ਕਲੀਅਰ ਸਪੀਚ। ਜਿਹੜੇ ਬੰਦੇ ਦੀ ਸਾਫ਼ ਆਵਾਜ਼ ਆਵੇ, ਸਾਫ਼ ਬੋਲਦਾ ਜਿਹੜਾ ਬੰਦਾ, ਉਹਨੂੰ ਆਪਾਂ ਕੀ ਕਹਾਂਗੇ, ਆਰਟੀਕੂਲੇਟ। ਇਸ ਤੋਂ ਬਾਅਦ ਅੱਗੇ,
ਟੂ ਗਿਵ ਅਪ ਥਰੋਨ ਔਰ ਆਰਡਰ ਆਫ ਡਿਗਨਿਟੀ, ਆਪਣੀ ਇੱਛਾ ਦੇ ਅਨੁਸਾਰ ਪਦ ਛੱਡਣਾ। ਕਿਸੇ ਰੈਂਕ 'ਤੇ ਬੈਠੇ ਆਪਾਂ, ਆਪਣੀ ਇੱਛਾ ਦੇ ਅਨੁਸਾਰ ਆਪਾਂ ਅਸਤੀਫਾ ਦੇ ਕੇ ਆ ਗਏ ਭਾਈ, ਆਪਣਾ ਜਿਹੜਾ ਰੈਂਕ ਸੀ ਉਹ ਛੱਡਤਾ। ਟੂ ਗਿਵ ਅਪ ਥਰੋਨ ਜਾਂ ਔਰ ਆਫ ਡਿਗਨਿਟੀ, ਇਹਨੂੰ ਆਪਾਂ ਕਹਾਂਗੇ ਆਪ ਦੀ ਕੇਟ। ਇਹਨੂੰ ਟਰੈਕ ਨਾਲ ਯਾਦ ਕਰ ਲਓ ਕਿ ਉਹ ਬੰਦਾ ਆਪ ਦੀ ਕਰਦਾ ਹੈਗਾ, ਕਿਸੇ ਦੀ ਸੁਣਦਾ ਨਹੀਂ, ਆਪ ਦੀ ਮਰਜ਼ੀ ਨਾਲ ਹੀ ਉਹ ਅਸਤੀਫਾ ਦੇ ਆਇਆ। ਇਸ ਤੋਂ ਬਾਅਦ ਅਗਲਾ ਇਹ ਲੈਟਰ ਪੋਇਮ ETC ਹੂ ਔਥਰ ਅਨਨੋਨ, ਉਹ ਲੈਟਰ ਜਾਂ ਕੋਈ ਕਵਿਤਾ ਜਿਹਦਾ ਕਿ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿਸੇ ਨੂੰ, ਕਿ ਉਹਦਾ ਲੇਖਕ ਕੌਣ ਸੀ, ਕੌਣ ਹੈਗਾ ਗਾ, ਉਹ ਚੀਜ਼ ਨੂੰ ਆਪਾਂ ਕੀ ਕਹਾਂਗੇ, ਅਨੋਨੀਮਸ, ਉਹਨੂੰ ਕਹਾਂਗੇ ਅਨੋਨੀਮਸ। ਇਸ ਤੋਂ ਬਾਅਦ ਅਗਲਾ ਦ ਹਾਈਟ ਆਫ ਐਨ ਆਬਜੈਕਟ ਅਬਵ CA ਲੈਵਲ, ਸਮੁੰਦਰ ਤਲ ਤੋਂ ਉਚਾਈ। ਇਹ ਹਾਈਟ ਆਫ ਐਨ ਆਬਜੈਕਟ ਅਬਵ CA ਲੈਵਲ, ਸਮੁੰਦਰ ਤਲ ਤੋਂ ਉਚਾਈ ਨੂੰ ਕੀ ਕਹਾਂਗੇ ਆਪਾਂ, ਅਲਟੀਟਿਊਡ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ ਟੂ ਗੈਟ ਔਰ ਅਬਟੇਨ ਸਮਥਿੰਗ, ਟੂ ਗੈਟ ਵੀ ਨਹੀਂ ਪ੍ਰਾਪਤ ਕਰਨਾ ਹੁੰਦਾ, ਅਬਟੇਨ ਸਮਥਿੰਗ ਵੀ ਨਹੀਂ ਪ੍ਰਾਪਤ ਕਰਨਾ ਹੁੰਦਾ, ਦੋਨਾਂ ਦੇ ਵਿੱਚ ਇੱਕ ਪੁੱਛ ਸਕਦੇ ਆ। ਤਾਂ ਇਹਨੂੰ ਆਪਾਂ ਕੀ ਕਹਾਂਗੇ, ਕਿਸੇ ਨੂੰ ਪ੍ਰਾਪਤ ਕਰਨ ਨੂੰ ਕਹਾਂਗੇ ਆਪਾਂ ਅਟੇਨ ਕਰਨਾ ਕਿਸੇ ਚੀਜ਼ ਨੂੰ। ਠੀਕ ਹੈ ਜੀ। ਇਸ ਤੋਂ ਬਾਅਦ ਇਹ ਵਾਰਡ ਟੂ ਪੈਸੜ ਆਫ ਦਾ ਫਸਟ ਲੈਟਰ ਆਫ ਵਾਰਡ ਇਨ ਫੈਰਿਸ, ਕਹਿੰਦੇ ਕਿਸੇ ਸ਼ਬਦ ਦੇ ਸਮੂਹ ਤੋਂ ਬਣੇ ਹੋਏ ਛੋਟੇ ਅੱਖਰ, ਜਿਵੇਂ ਮੰਨ ਲਓ ਇਸਰੋ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਜੇ ਆਪਾਂ ਉਹ ਕਰਕੇ ਦੇਖੀਏ ਅਸਲ ਦੇ ਵਿੱਚ ਕੀ ਨਾਮ ਹੈ ਇਹਦਾ, ਇਸਰੋ ਦਾ ਅਸਲ ਦੇ ਵਿੱਚ ਕੀ ਨਾਮ ਹੈਗਾ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਉਹ ਵੀ ਜਿਵੇਂ ICR ਆ ਗਿਆ, ਇੰਡੀਅਨ ਕਾਉਂਸਲ ਰਿਸਰਚ ਆਰਗੇਨਾਈਜੇਸ਼ਨ। ਇਹ ਪਹਿਲੇ ਛੋਟੇ ਪਹਿਲੇ ਅੱਖਰਾਂ ਤੋਂ ਬਣਾਈਆਂ ਹੋਈਆਂ ਚੀਜ਼ਾਂ ਹੈਗੀਆਂ। ਤਾਂ ਜਿਹੜੀਆਂ ਕਿਸੇ ਵੱਡੀ ਰਕਮ ਦੇ ਮੂਹਰਲੇ ਪਹਿਲੇ ਅੱਖਰਾਂ ਤੋਂ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਾਂ ਕੋਈ ਸ਼ਬਦ ਬਣਾਇਆ ਜਾਂਦਾ, ਉਸਨੂੰ ਆਪਾਂ ਕਹਾਂਗੇ ਐਕਰੋਨਾਈਮ। ਇਸ ਤੋਂ ਬਾਅਦ ਅਗਲਾ ਇਹ ਸਕੂਲ ਕਾਲਜ ਔਰ ਯੂਨੀਵਰਸਿਟੀ, ਕੋਈ ਸਕੂਲ ਹੈ, ਕੋਈ ਕਾਲਜ ਹੈ, ਕੋਈ ਯੂਨੀਵਰਸਿਟੀ ਹੈ। ਵਨ ਹੂ ਹੈਜ਼ ਅਟੈਂਡਡ, ਜਿੱਥੋਂ ਆਪਾਂ ਪੜ੍ਹੇ ਹੋਏ ਹੈ, ਜਿੱਥੇ ਆਪਣੀ ਅਟੈਂਡੈਂਸ ਲੱਗੀ ਹੋਈ ਹੈ, ਜਾਂ ਫਰੋਮ ਵਿੱਚ ਵਨ ਹੈਜ਼ ਗ੍ਰੈਜੂਏਟ, ਜਾਂ ਜਿੱਥੋਂ ਆਪਾਂ ਗ੍ਰੈਜੂਏਟ ਹੋਏ ਹੈ, ਤਾਂ ਉਹ ਚੀਜ਼ ਨੂੰ ਆਪਾਂ ਕੀ ਕਹਾਂਗੇ, ਉਹਨੂੰ ਕਹਾਂਗੇ ਆਪਾਂ ਅਲਮਾ ਮੈਟਰ। ਇਸ ਤੋਂ ਬਾਅਦ ਸਾਇੰਸ ਆਫ ਦਾ ਫਿਜ਼ੀਕਲ ਸਟਰਕਚਰ ਆਫ ਦਾ ਬੋਡੀ, ਜਿਹੜੀ ਆਪਣੀ ਫਿਜ਼ੀਕਲ ਸਰੀਰ ਦੀ ਸਰਚਨਾ ਹੈ, ਇਹਦੀ ਜਿਹੜੀ ਸਾਰੀ ਸਟਰਕਚਰ ਹੈਗੀ ਬੋਡੀ ਦੀ, ਉਹਨੂੰ ਸਾਇੰਸ ਦੇ ਵਿੱਚ ਕੀ ਕਿਹਾ ਜਾਊਗਾ, ਉਹਨੂੰ ਕਿਹਾ ਜਾਊਗਾ ਅਨਾਟੋਮੀ। ਠੀਕ ਹੈ, ਅਨਾਟੋਮੀ। ਇਸ ਤੋਂ ਬਾਅਦ ਕੈਪੇਬਲ ਆਫ ਬੀਇੰਗ ਰਿਚਡ, ਜਿੱਥੇ ਆਸਾਨੀ ਨਾਲ ਪਹੁੰਚਿਆ ਜਾ ਸਕੇ, ਕੈਪੇਬਲ ਟੂ ਬੀਇੰਗ ਰਿਚਡ, ਉਹਨੂੰ ਆਪਾਂ ਕੀ ਕਹਾਂਗੇ, ਐਕਸੈਸਿਬਲ, ਜਿੱਥੇ ਆਸਾਨੀ ਨਾਲ ਪਹੁੰਚਿਆ ਜਾ ਸਕੇ, ਉਹਨੂੰ ਆਪਾਂ ਕਹਾਂਗੇ ਐਕਸੈਸਿਬਲ। ਇਹ ਸਟੋਰੀ ਪਲੇ ਪਿਕਚਰ EDC, ਇਹਦੇ ਵਿੱਚ ਈਚ ਕਰੈਕਟਰ ਔਰ ਈਵੈਂਟ ਸਿੰਬਲ ਰਿਪਰੈਜ਼ੈਂਟ ਆਈਡੀਆ। ਠੀਕ ਹੈ, ਕਿਸੇ ਸਟੋਰੀ ਤੋਂ, ਕਿਸੇ ਫਿਲਮ ਤੋਂ, ਠੀਕ ਹੈ, ਕਿਸੇ ਅੱਖਰਾਂ ਤੋਂ, ਕਿਸੇ ਮਤਲਬ ਸਿੰਬਲਾਂ ਤੋਂ ਕਿਸੇ ਸਟੋਰੀ ਨੂੰ ਦਰਸਾਉਣਾ। ਜੇ ਪੁਰਾਣੇ ਟਾਈਮਾਂ ਦੇ ਵਿੱਚ ਲੋਕ ਕਠਪੁਤਲੀ ਦੇ ਨਾਟਕ ਜਿਹੜੇ ਕਰਦੇ ਸੀ, ਕਠਪੁਤਲੀ ਨਾਟਕ ਨੂੰ ਸਾਰਾ ਕੁਝ ਸਮਝਾ ਦਿੰਦੇ ਸੀ। ਇਸ ਤੋਂ ਪਹਿਲਾਂ ਜੋ ਕਠਪੁਤਲੀਆਂ ਵੀ ਨਹੀਂ ਹੁੰਦੀਆਂ ਸੀ, ਉਹਨੂੰ ਦੁਬਾਰਾ ਉੱਤੇ ਚਿੱਤਰ ਬਣਾ ਕੇ ਕਹਾਣੀਆਂ ਸਮਝਾਈਆਂ ਜਾਂਦੀਆਂ ਸੀ। ਤਾਂ ਜਿਹੜੀ ਇਹ ਇੱਕ ਤਰ੍ਹਾਂ ਦੀ ਰੀਤ ਚੱਲਦੀ ਆ ਰਹੀ ਹੈ। ਜਿਵੇਂ ਹੁਣ ਆਪਣੇ ਟਾਈਮ ਦੇ ਵਿੱਚ ਅੱਜ ਆਪਾਂ ਫਿਲਮਾਂ ਦੇਖਦੇ ਹਾਂ, ਠੀਕ ਹੈ, ਫਿਲਮਾਂ ਦੇਖ ਕੇ ਆਪਾਂ ਕੋਈ ਚੀਜ਼ ਤੋਂ ਸਿੱਖਦੇ ਹਾਂ। ਉਹ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਕੋਈ ਸਿੰਬਲ ਦਿਖਾ ਕੇ, ਕੋਈ ਕਰੈਕਟਰ ਦਿਖਾ ਕੇ, ਕੋਈ ਪਿਕਚਰ ਦਿਖਾ ਕੇ, ਕੋਈ ਸਟੋਰੀ ਸੁਣਾ ਕੇ ਕਿਸੇ ਚੀਜ਼ ਬੰਦੇ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ, ਉਹਨਾਂ ਦੇ ਅੰਦਰ ਨੌਲੇਜ ਭਰੀ ਜਾਂਦੀ ਸੀ। ਉਹ ਚੀਜ਼ ਨੂੰ ਕੀ ਕਹਿੰਦੇ ਆਪਾਂ, ਉਹਨੂੰ ਕਹਿੰਦੇ ਆਪਾਂ ਐਲੀਗੋਰੀ। ਇਹ ਪਰਸਨ ਹੁਲਿਟੀ ਆਫ ਸੈਟਿੰਗ ਫਾਇਰ ਔਨ ਦਾ ਪ੍ਰੋਪਰਟੀ, ਉਹ ਬੰਦਾ ਜਿਹੜਾ ਆਪਣੇ ਘਰ ਜਲਾਉਣ ਦਾ ਅਪਰਾਧ ਕਰਦਾ ਗਾ, ਉਹਨੂੰ ਕੀ ਕਹਾਂਗੇ ਆਪਾਂ, ਅਰਸੋਨਿਸਟ। ਉਹ ਬੰਦਾ ਜਿਹੜਾ ਆਪਣਾ ਘਰ ਜਾਂ ਪ੍ਰੋਪਰਟੀ ਜਲਾ ਦਿੰਦਾ, ਉਹਨੂੰ ਆਪਾਂ ਕੀ ਕਹਾਂਗੇ, ਅਰਸੋਨਿਸਟ। ਠੀਕ ਹੈ। ਇਸ ਤੋਂ ਬਾਅਦ ਟੂ ਇਨਕਰੀਜ਼ ਸਪੀਡ ਆਫ, ਕਹਿੰਦੇ ਸਪੀਡ ਕੀ ਹੁੰਦੀ ਹੈਗੀ, ਜਿਹਨੂੰ ਆਪਾਂ ਸਪੀਡ ਤੋਂ ਆਪਾਂ ਪੰਜਾਬੀ ਦੇ ਵਿੱਚ ਵੀ ਸਪੀਡ ਕਹਿ ਦਿੰਦੇ ਆ, ਜਾਂ ਆਪਾਂ ਗਤੀ ਕਹਿ ਦਿੰਦੇ ਆ। ਠੀਕ ਹੈ, ਗਤੀ ਕਹਿ ਦਿੰਦੇ ਆ ਸਪੀਡ ਨੂੰ। ਕਹਿੰਦੇ ਸਪੀਡ ਦਾ ਵਧਾਉਣ ਨੂੰ ਕੀ ਕਹਾਂਗੇ, ਦੇਖੋ ਜਿਹੜਾ ਆਪਣੇ ਮੋਟਰਸਾਈਕਲਾਂ ਦੇ ਵਿੱਚ ਰੇਸ ਵਧਾਉਣ ਵਾਲਾ ਯੰਤਰ ਹੁੰਦਾ, ਜਿਹਦਾ ਆਪਾਂ ਕੰਨ ਜਾਂ ਮਰੋੜ ਕੇ ਮੋਟਰਸਾਈਕਲ ਰੇਸ ਵਧਾ ਦਿੰਦੇ ਹਾਂ, ਜਾਂ ਗੱਡੀ ਦੇ ਵਿੱਚ ਪੈਰ ਰੱਖ ਕੇ ਰੇਸ ਵਧਾ ਦਿੰਦੇ ਹਾਂ, ਉਹ ਚੀਜ਼ ਨੂੰ ਐਕਸੀਲੇਟਰ ਕਹਿ ਦਿੰਦੇ ਆ। ਤਾਂ ਉਹਦੇ ਨਾਲ ਮਿਲਦਾ ਜੁਲਦਾ ਨਾਮ ਹੀ ਹੈ ਐਕਸੀਲਰੇਟ। ਠੀਕ ਹੈ, ਤਾਂ ਇਹਨੂੰ ਸਿੱਧੀ ਯਾਦ ਕਰ ਲਓ, ਸਪੀਡ ਵਧਾਉਣ ਵਾਸਤੇ ਐਕਸੀਲਰੇਟ ਦੀ ਆਪਾਂ ਵਰਤੋਂ ਕਰਦੇ ਆ। ਇਸ ਤੋਂ ਬਾਅਦ ਟੋਟਲ ਲੋਸ ਆਫ ਵੋਇਸ, ਟੋਟਲ ਲੋਸ ਆਫ ਵੋਇਸ, ਜਿਹੜੇ ਬੰਦੇ ਦੀ ਜਿਹੜੀ ਵੋਇਸ ਹੈ ਪੂਰੇ ਤੌਰ 'ਤੇ ਚਲੀ ਜਾਵੇ, ਮਤਲਬ ਜਮ੍ਹਾਂ ਹੋ ਜੇ, ਉਹਨੂੰ ਆਪਾਂ ਕੀ ਕਹਾਂਗੇ,
ਉਹਨੂੰ ਆਪਾਂ ਕਹਾਂਗੇ ਐਪਹੋਨੀਆ। ਇਸ ਤੋਂ ਬਾਅਦ ਅਗਲਾ ਹੈਗਾ ਟੂ ਡੂ ਆਵੇ ਵਿਦ ਏ ਰੂਲ, ਕਿਸੇ ਨਿਯਮ ਦੇ ਅਨੁਸਾਰ ਹਟਾਉਣਾ। ਮੰਨ ਲਓ ਕਿਸੇ ਬੰਦੇ ਨੇ ਰਾਸ਼ਟਰਪਤੀ ਹੈ, ਰਾਸ਼ਟਰਪਤੀ ਦੀ ਇੰਪੀਚਮੈਂਟ ਕਰਨੀ ਆਪਾਂ, ਇੰਪੀਚਮੈਂਟ ਬਣੇ ਹੁੰਦਾ ਹਟਾਉਣਾ, ਤਾਂ ਉਹਨੂੰ ਕਿਹੜੇ ਆਰਟੀਕਲ ਦੇ ਅੰਡਰ ਹਟਾਇਆ ਜਾਂਦਾ? ਉਹਦਾ ਰਾਸ਼ਟਰਪਤੀ ਨੂੰ ਆਰਟੀਕਲ 61 ਦੇ ਅੰਡਰ। ਠੀਕ ਹੈ, ਹੁਣ ਇਹ ਤਾਂ ਹੈ ਨਹੀਂ ਕਿ ਰਾਸ਼ਟਰਪਤੀ ਚੁੱਪ ਕਰਕੇ ਗਏ ਤਾਂ 4 ਬੰਦੇ ਜਾ ਕੇ ਕਹਿੰਦਾ ਵੀ ਤੈਨੂੰ ਹਟਾਤਾ ਤਾਂ ਹਟ ਜੂਗਾ, ਐਂ ਕੁਛ ਨਹੀਂ ਹੁੰਦਾ। ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਕਰਨਾ ਪਊਗਾ। ਠੀਕ ਹੈ, ਲੋਕ ਸਭਾ ਦੇ ਵਿੱਚ ਬਿੱਲ ਪਾਸ ਕਰਨਾ ਪਊਗਾ। ਉਸ ਤੋਂ ਬਾਅਦ 1/3 ਮੈਂਬਰਾਂ ਦਾ ਉਹਦੇ ਜੈਸ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬਿੱਲ ਪਾਸ ਹੋਣ ਤੋਂ ਬਾਅਦ 2/3 ਮੈਂਬਰਾਂ ਦੀ ਉਹਦੇ 'ਤੇ ਵੈਲਿਊ ਹੋਣੀ ਚਾਹੀਦੀ ਹੈ। ਉਹਨਾਂ ਦੁਆਰਾ ਜਦੋਂ ਦੋਨਾਂ ਦੁਆਰਾ ਇਹ ਬਿੱਲ ਪਾਸ ਕੀਤਾ ਜਾਊਗਾ ਫਿਰ ਜਾ ਕੇ ਕਿਤੇ ਉਹਨੂੰ ਹਟਾਇਆ ਜਾਊਗਾ। ਕਿਹਨੂੰ? ਰਾਸ਼ਟਰਪਤੀ ਨੂੰ। ਠੀਕ ਹੈ, ਉਹ ਜਿਵੇਂ ਕਿਸੇ ਨੂੰ ਨਿਯਮ ਦੇ ਅਨੁਸਾਰ ਹਟਾਉਣਾ ਉਹਨੂੰ ਆਪਾਂ ਕੀ ਕਹਾਂਗੇ? ਐਬਰੋਗੇਟ। ਆਰਟ ਐਂਡ ਸਾਇੰਸ ਆਫ ਬਿਲਡਿੰਗ ਕੰਸਟਰਕਸ਼ਨ, ਕਹਿੰਦੇ ਕੋਈ ਵੀ ਬੰਦਾ ਜਿਹੜਾ ਬਿਲਡਿੰਗਾਂ ਬਣਾਉਂਦਾ, ਠੀਕ ਹੈ, ਜਾਂ ਕੋਈ ਇਮਾਰਤਾਂ ਬਣਾਉਂਦਾ ਗਾ, ਉਹਨੂੰ ਉਹਦੇ ਬਾਰੇ ਨੌਲੇਜ ਹੈ, ਉਹਦੀ ਸਟੱਡੀ ਨੂੰ ਆਪਾਂ ਕੀ ਕਹਾਂਗੇ? ਆਰਕੀਟੈਕਚਰ, ਆਰਕੀਟੈਕਚਰ। ਓਕੇ, ਇਹ ਗੱਲ ਯਾਦ ਰੱਖਿਓ। ਇਹਦੇ ਨਾਲ ਆਪਣੇ ਅੱਜ 25 ਦੇ 25 ਭਾਈ ਕੰਪਲੀਟ ਹੋ ਗਏ। ਇਸ ਤੋਂ ਪਹਿਲਾਂ 40 ਕਰਵਾ ਚੁੱਕੇ ਹਾਂ। ਠੀਕ ਹੈ, ਇਹ ਲੈਕਚਰ ਸਾਰੇ ਬੱਚੇ ਧਿਆਨ ਨਾਲ ਲਾ ਲੈਣੇ ਇੰਗਲਿਸ਼ ਦਾ। ਇਸ ਤੋਂ ਬਾਅਦ ਅੱਜ ਆਪਣਾ ਲੈਕਚਰ ਲੱਗਣਾ ਗਾ ਕੰਪਿਊਟਰ ਦਾ ਟੈਸਟ ਹੋਣਾ ਗਾ। ਠੀਕ ਹੈ ਜੀ, ਉਹ ਵੀ ਧਿਆਨ ਨਾਲ ਦੇਖ ਕੇ ਜਾਣਾ ਸਾਰੇ ਬੱਚਿਆਂ ਨੇ, ਅਤੇ ਧਿਆਨ ਨਾਲ ਦੇਖ ਲਓ। ਜੇ ਕੋਈ ਚੀਜ਼ ਫਿਰ ਵੀ ਸਮਝ ਨਹੀਂ ਆਉਂਦੀ ਤਾਂ ਮੈਨੂੰ ਦੱਸ ਦਿਓ, ਫਿਰ ਆਪਾਂ ਉਸ ਹਿਸਾਬ ਦੇ ਉਹ ਵੀ ਕਰਵਾ ਦਾਂਗੇ। ਇੱਕ ਤੁਹਾਨੂੰ ਮੈਂ ਟੇਬਲ ਦੇਣ ਲੱਗਾ, ਉਹ ਟੇਬਲ ਯਾਦ ਕਰ ਲਿਓ, ਇਹ ਲਿਖ ਲਓ ਆਪਦੇ ਕਾਪੀਆਂ 'ਤੇ। ਇਹ ਤੋਂ ਮੈਂ ਤੁਹਾਨੂੰ ਕੱਲ੍ਹ ਨੂੰ ਜਾਂ ਅੱਜ ਕੋਈ ਚੀਜ਼ ਕਰਵਾਉਣੀ ਹੈ। ਦੇਖੋ ਆਪਣੇ 2 ਹੁੰਦੇ ਆ, ਇੱਕ ਤਾਂ ਹੁੰਦਾ ਸਿੰਗੂਲਰ, ਆਪਣੇ 3 ਪਰਸਨ ਹੁੰਦੇ ਆ। ਦੇਖੋ ਫਸਟ ਪਰਸਨ ਹੁੰਦਾ, ਸੈਕਿੰਡ ਪਰਸਨ ਹੁੰਦਾ, ਥਰਡ ਪਰਸਨ ਹੁੰਦਾ। ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ। ਫਸਟ ਪਰਸਨ ਤਾਂ ਉਹ ਹੁੰਦਾ ਜਿਵੇਂ ਮੈਂ ਹੈ, ਆਈ, ਮੀ, ਮਾਈ। ਠੀਕ ਹੈ, ਇਹਦਾ ਹੁੰਦਾ ਫਸਟ ਪਰਸਨ। ਸੈਕਿੰਡ ਪਰਸਨ ਕਿਹੜਾ ਹੁੰਦਾ? ਯੂ, ਯੂ, ਯੂਅਰ। ਸੈਕਿੰਡ ਪਰਸਨ ਕਿਹੜਾ ਹੁੰਦਾ? ਹੀ, ਸ਼ੀ, ਇਟ, ਹਿਮ, ਹਰ, ਹਿਜ, ਹਰ। ਠੀਕ ਹੈ ਜੀ। ਫਸਟ ਪਰਸਨ ਹੁੰਦੇ ਵੀ 2 ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਹੁੰਦੇ ਇਹ ਸਿੰਗੂਲਰ, ਇੱਕ ਹੁੰਦੇ ਆ ਪਲੂਰਲ। ਜਿਹੜੇ ਪਲੂਰਲ ਹੁੰਦੇ ਆ ਉਹਨੂੰ ਤਾਂ ਆਪਾਂ ਕਹਿੰਦੇ ਆ ਬਹੁਵਚਨ, ਜਿਹੜੇ ਸਿੰਗੂਲਰ ਹੁੰਦੇ ਆ ਉਹ ਹੁੰਦੇ ਆ ਇੱਕ ਵਚਨ। ਤਾਂ ਫਸਟ ਪਰਸਨ ਦੇ ਵਿੱਚ ਜਿਹੜੇ ਸਿੰਗੂਲਰ ਆ ਉਹ ਤਾਂ ਹੈਗੇ ਆ ਆਹ, ਜਿਹੜੇ ਫਸਟ ਪਰਸਨ ਦੇ ਵਿੱਚ ਬਹੁਵਚਨ ਵਾਲੇ ਉਹ ਕਿਹੜੇ ਆ? ਬੁਈ, ਅਸ, ਆਵਰ। ਠੀਕ ਹੈ, ਆਹ ਸੇਮ ਹੀ ਹੋਣਗੇ। ਇਸ ਤੋਂ ਬਾਅਦ ਇੱਧਰ ਆ ਗਿਆ, ਇੱਧਰ ਥਰਡ ਪਰਸਨ ਦੇ ਵਿੱਚ ਸਿੰਗੂਲਰ ਤਾਂ ਆ ਗਏ, ਇੱਕ ਵਚਨ ਵਾਲੇ ਤਾਂ ਆ ਗਏ, ਹੀ, ਸ਼ੀ, ਇਟ, ਹਿਮ, ਹਰ, ਹਿਜ, ਹਰ। ਪਰ ਜਿਹੜੇ ਥਰਡ ਪਰਸਨ ਦੇ ਵਿੱਚ ਪਲੂਰਲ ਆਉਣਗੇ ਉਹ ਹੈਗੇ ਆ ਦੇ, ਦੈਮ, ਦੇਅਰ। ਠੀਕ ਹੈ, ਤਾਂ ਭਾਈ ਇਹ ਟੇਬਲ ਚੰਗੀ ਤਰ੍ਹਾਂ ਯਾਦ ਕਰ ਲਓ। ਇਹਦੇ ਨਾਲ ਤੁਹਾਨੂੰ ਮੈਂ ਕੱਲ੍ਹ ਨੂੰ ਡਾਇਰੈਕਟ ਇਨਡਾਇਰੈਕਟ ਕਰਵਾਊਂਗਾ, ਜਿਹਨੂੰ ਆਪਾਂ ਰਿਪੋਰਟਿੰਗ ਸਪੀਚ ਕਹਿੰਦੇ ਨੇ ਅਤੇ ਡਾਇਰੈਕਟ ਸਪੀਚ ਕਹਿੰਦੇ ਨੇ, ਉਹ ਤੁਹਾਨੂੰ ਕਰਵਾਊਂਗਾ ਡਾਇਰੈਕਟ ਐਂਡ ਇਨਡਾਇਰੈਕਟ। ਠੀਕ ਹੈ, ਫਾਰਮੂਲਾ ਯਾਦ ਕਰ ਲਓ। ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ। ਜਿਹੜਾ ਫਸਟ ਪਰਸਨ ਹੁੰਦਾ ਇਹ 2 ਤਰ੍ਹਾਂ ਦਾ ਹੁੰਦਾ, ਸਿੰਗੂਲਰ ਅਤੇ ਪਲੂਰਲ। ਜਿਹੜਾ ਸਿੰਗੂਲਰ ਹੁੰਦਾ ਉਹਨੂੰ ਆਪਾਂ ਕਿਹੜੇ? ਇੱਕ ਵਚਨ। ਜਿਹੜਾ ਪਲੂਰਲ ਹੁੰਦਾ ਉਹਨੂੰ ਕਿਹੜੇ ਆਪਾਂ? ਬਹੁਵਚਨ। ਠੀਕ ਹੈ, ਆਈ, ਮੀ, ਬਾਈ, ਬੁਈ, ਅਸ, ਆਵਰ। ਜਿਵੇਂ ਮੈਂ ਲਿਖਾਇਆ ਹੋਇਆ ਜਮਾ ਸੇਮ ਟੂ ਸੇਮ ਇਵੇਂ ਜੀ ਵੀ ਯਾਦ ਕਰਨਾ। ਇਸ ਤੋਂ ਬਾਅਦ ਯੂ, ਯੂ, ਯੂਅਰ। ਇਸ ਤੋਂ ਬਾਅਦ ਹੀ, ਸ਼ੀ, ਇਟ, ਹਿਮ, ਹਰ, ਹਿਜ, ਹਰ, ਦੇ, ਦੈਮ, ਦੇਅਰ। ਠੀਕ ਹੈ, ਆਹ ਚੀਜ਼ ਅਲੱਗ ਹੈ, ਆਹ ਚੀਜ਼ ਅਲੱਗ ਹੈ, ਆਹ ਚੀਜ਼ ਅਲੱਗ ਹੈ, ਬਟ ਟੇਬਲ 'ਚ ਤੁਸੀਂ ਇਕੱਠਾ ਨਹੀਂ ਯਾਦ ਕਰਦੀ ਇਹ ਚੀਜ਼। ਓਕੇ ਜੀ, ਇਹੀ ਗੱਲ ਸਮਝਾਉਣੀ ਸੀ। ਅਤੇ ਫਿਰ ਤੁਹਾਨੂੰ ਕੱਲ੍ਹ ਨੂੰ ਇਹਦਾ ਇੱਕ ਨਵਾਂ ਲੈਕਚਰ ਲਾਊਗਾ ਅਤੇ ਉਹਦਾ ਧਿਆਨ ਨਾਲ ਦੇਖਣਾ ਉਹ ਸਾਰਾ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।